ਹੈਲੋ ਬੱਚੋ, ਗੁੱਡ ਮਾਰਨਿੰਗ। ਅੱਜ ਅਸੀਂ ਸਿੱਖਾਂਗੇ ਰੋਮਨ ਅੰਕਾਂ ਨੂੰ ਕਿਵੇਂ ਲਿਖੀਦਾ ਹੈ। ਇਸ ਤੋਂ ਪਹਿਲਾਂ ਅਸੀਂ ਹਿੰਦੂ ਅਰਬੀ ਸੰਖਿਆ ਅੰਕ ਪ੍ਰਣਾਲੀ ਦੀ ਸੰਖਿਆਵਾਂ ਨੂੰ ਲਿਖਣਾ ਜਾਣਦੇ ਹਾਂ। ਅੱਜ ਅਸੀਂ ਉਹਨਾਂ ਦੇ ਸੰਖਾਂ ਦੇ ਆਧਾਰ ਤੇ ਰੋਮਨ ਸੰਖਿਆ ਅੰਕਾਂ ਨੂੰ ਕਿਵੇਂ ਲਿਖਣਾ ਹੈ ਤੇ ਰੋਮਨ ਸੰਖਿਆ ਅੰਕ ਪ੍ਰਣਾਲੀ ਕਿਸ ਤਰ੍ਹਾਂ ਬਣਦੀ ਹੈ, ਇਹ ਸਿੱਖਾਂਗੇ। ਇਸ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਦਿਖਾਈ ਦੇ ਰਿਹਾ ਹੈ, ਹਿੰਦੂ ਅਰਬੀ ਸੰਖਿਆ ਅੰਕ 1, 5, 10, 50, 100, 500, 1000 ਇਹਨਾਂ ਦੇ ਸੰਕੇਤ ਰੋਮਨ ਸੰਖਿਆ ਅੰਕ ਦੇ ਵਿੱਚ ਦਿੱਤੇ ਗਏ ਹਨ। ਜਿਸ ਤਰ੍ਹਾਂ 1 ਦਾ ਸੰਕੇਤ I ਹੈ, 5 ਦਾ ਸੰਕੇਤ V ਹੈ, 10 ਦਾ ਸੰਕੇਤ X ਹੈ, 50 ਦਾ ਸੰਕੇਤ L ਹੈ, 100 ਦਾ ਸੰਕੇਤ C ਹੈ, 500 ਦਾ ਸੰਕੇਤ D ਹੈ, 1000 ਦਾ ਸੰਕੇਤ M ਹੈ। ਅਸੀਂ ਸਾਰੀ ਸੰਖਿਆ ਅੰਕ ਰੋਮਨ ਸੰਖਿਆ ਅੰਕ ਪ੍ਰਣਾਲੀ ਨੂੰ ਯਾਦ ਨਹੀਂ ਰੱਖਣਾ ਹੈ। ਅਸੀਂ ਸਿਰਫ ਇਹਨਾਂ ਦੇ ਇਹ 7 ਸੰਕੇਤ ਹੀ ਯਾਦ ਰੱਖਣੇ ਹਨ। ਇਹਨਾਂ ਦੇ ਆਧਾਰ ਤੇ ਹੀ ਅਸੀਂ ਬਾਕੀ ਰੋਮਨ ਸੰਖਿਆ ਅੰਕ ਲਿਖਣੇ ਸਿੱਖਾਂਗੇ। ਇਹ 7 ਸੰਕੇਤ ਹੀ ਯਾਦ ਰੱਖਣੇ ਹਨ। ਮੈਂ ਦੁਬਾਰਾ ਫਿਰ ਇੱਕ ਵਾਰ ਰਿਪੀਟ ਕਰ ਦਿੰਦਾ ਹਾਂ। ਜਿਸ ਤਰ੍ਹਾਂ 7 ਸੰਕੇਤ ਕਿਹੜੇ ਹਨ? 1 ਨੂੰ I ਲਿਖਣਾ ਹੈ, 5 ਨੂੰ V ਲਿਖਣਾ ਹੈ, 10 ਨੂੰ X ਲਿਖਣਾ ਹੈ, 50 ਨੂੰ L ਲਿਖਣਾ ਹੈ, 100 ਨੂੰ C ਲਿਖਣਾ ਹੈ, 500 ਨੂੰ D ਲਿਖਣਾ ਹੈ, 1000 ਨੂੰ M ਲਿਖਣਾ ਹੈ। ਇਹ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਯਾਦ ਕਰ ਲੈਣੇ ਹਨ। ਇਹਨਾਂ ਦੇ ਆਧਾਰ ਤੇ ਹੀ ਅਸੀਂ ਬਾਕੀ ਰੋਮਨ ਸੰਖਿਆ ਅੰਕਾਂ ਨੂੰ ਕਿਵੇਂ ਲਿਖਣਾ ਹੈ ਸਿੱਖਾਂਗੇ। ਰੋਮਨ ਸੰਖਿਆ ਅੰਕ ਲਿਖਣ ਲਈ ਕੁਝ ਰੂਲਸ ਹਨ, ਨਿਯਮ ਹਨ। ਉਹਨਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਸਿੱਖਾਂਗੇ। ਦੇਖੋ, ਸਭ ਤੋਂ ਪਹਿਲਾ ਨਿਯਮ ਕੀ ਹੈ? ਅਗਰ ਤੁਸੀਂ ਕਾਪੀ ਪੈਨ ਹੈ ਤੇ ਲਿਖ ਵੀ ਸਕਦੇ ਹੋ। ਪਹਿਲਾ ਨਿਯਮ, ਰੂਲ ਨੰਬਰ 1, ਜੇਕਰ ਇੱਕੋ ਹੀ ਸੰਕੇਤ ਬਾਰ-ਬਾਰ ਦੁਹਰਾਇਆ ਜਾਂਦਾ ਹੈ ਤਾਂ ਉਹ ਜਿੰਨੀ ਵਾਰ ਦੁਹਰਾਇਆ ਜਾਂਦਾ ਹੈ ਉਨੀ ਵਾਰ ਉਸ ਦਾ ਮੁੱਲ ਜੋੜਿਆ ਜਾਵੇਗਾ। ਜਿਸ ਤਰ੍ਹਾਂ ਉਦਾਹਰਣ ਦੇ ਤੌਰ ਤੇ ਮੰਨ ਲਓ ਅਸੀਂ 3 ਨੂੰ ਲਿਖਣਾ ਹੈ। 3 ਨੂੰ ਕਿਵੇਂ ਲਿਖਾਂਗੇ? ਇਹਨਾਂ ਸੰਖਿਆ ਨੂੰ ਹੀ ਇਹਨਾਂ ਸੰਖਿਆ ਦੇ ਆਧਾਰ ਤੇ ਹੀ ਲਿਖਣਾ ਹੈ। ਜਿਸ ਤਰ੍ਹਾਂ 1 ਹੈ, 1 ਨੂੰ ਅਸੀਂ ਕੀ ਲਿਖਾਂਗੇ? 1 ਦਾ ਸੰਕੇਤ ਕੀ ਹੈ? I। 3 ਵਾਰ ਦੁਹਰਾ ਦਿੱਤਾ, 1, 2, 3 ਮੁੱਲ ਬਣ ਗਿਆ ਇਹਦਾ। 2 ਲਿਖਣਾ ਹੈ, 1, 2 ਹੋ ਗਿਆ। ਪਰ ਇੱਥੇ ਇੱਕ ਖਾਸ ਨਿਯਮ ਇਹ ਵੀ ਹੈ। ਉਹ ਕੀ ਹੈ? ਇੱਕ ਸ਼ਰਤ ਹੈ ਇੱਥੇ। ਉਹ ਸ਼ਰਤ ਇਹ ਹੈ, ਕਿਸੇ ਵੀ ਸੰਕੇਤ ਨੂੰ 3 ਵਾਰ ਤੋਂ ਵੱਧ ਨਹੀਂ ਦੁਹਰਾਇਆ ਜਾ ਸਕਦਾ। ਉਦਾਹਰਣ ਦੇ ਤੌਰ ਤੇ ਜਿਸ ਤਰ੍ਹਾਂ ਅਸੀਂ ਹੁਣ ਮੰਨ ਲਓ 4 ਲਿਖਣਾ ਚਾਹੁੰਦੇ ਹਾਂ। 4 ਨੂੰ ਅਸੀਂ ਇਸ ਤਰ੍ਹਾਂ ਨਹੀਂ ਲਿਖ ਸਕਦੇ। ਇਹ ਤਰੀਕਾ ਜਿਹੜਾ ਹੈ ਗਲਤ ਹੈ, ਕਿਉਂਕਿ ਇੱਥੇ ਅਸੀਂ ਇਹਨੂੰ ਸੰਕੇਤ ਨੂੰ 4 ਵਾਰ ਦੁਹਰਾ ਦਿੱਤਾ ਹੈ। ਇੱਕ ਨਿਯਮ ਹੈ ਕਿ ਸੰਕੇਤ ਨੂੰ ਅਸੀਂ 3 ਵਾਰ ਹੀ ਦੁਹਰਾਉਣਾ ਹੈ, 4 ਵਾਰ ਨਹੀਂ, ਵੱਧ ਤੋਂ ਵੱਧ 3 ਵਾਰ। ਸੋ 4 ਨੂੰ ਅਸੀਂ ਕਿਵੇਂ ਲਿਖਣਾ ਹੈ ਅੱਗੇ ਅਸੀਂ ਸਿੱਖਦੇ ਹਾਂ। ਸੋ ਅਸੀਂ ਇੱਥੇ ਨਿਯਮ ਨੂੰ ਇੱਕ ਵਾਰ ਫਿਰ ਮੈਂ ਦੁਹਰਾ ਦਿੰਦਾ ਹਾਂ। ਇੱਕ ਨਿਯਮ ਕੀ ਹੈ ਕਿ ਜੇਕਰ ਇੱਕੋ ਹੀ ਸੰਕੇਤ ਨੂੰ ਬਾਰ-ਬਾਰ ਦੁਹਰਾਇਆ ਜਾਂਦਾ ਹੈ ਤਾਂ ਉਹ ਉਨੀ ਵਾਰ ਹੀ ਜੋੜਿਆ ਜਾਵੇਗਾ ਜਿੰਨੀ ਵਾਰ ਉਹ ਦੁਹਰਾਇਆ ਜਾਂਦਾ ਹੈ। ਮੰਨ ਲਓ ਅਸੀਂ ਹੁਣ 20 ਲਿਖਣਾ ਹੈ। ਸਾਡੇ ਕੋਲ ਸੰਕੇਤ 10 ਹੈ, 20 ਦੀ ਵੈਲਿਊ ਲਿਖਣੀ ਹੈ। ਆ ਲਓ, 10 ਨੂੰ 2 ਵਾਰ ਦੁਹਰਾ ਦਿਓ, 20 ਬਣ ਗਿਆ। 30 ਲਿਖਣਾ ਹੈ, 10 ਵਾਲੇ ਸੰਕੇਤ X ਨੂੰ 3 ਵਾਰ ਦੁਹਰਾ ਦਿਓ, 30 ਬਣ ਗਿਆ ਹੈ। ਪਰ ਫਿਰ ਉਸ ਤਰ੍ਹਾਂ ਜਿਸ ਤਰ੍ਹਾਂ 4 ਵਿੱਚ ਅਸੀਂ 1 ਵਾਲੇ ਸੰਕੇਤ ਨੂੰ 4 ਵਾਰ ਨਹੀਂ ਦੁਹਰਾ ਸਕਦੇ, ਇਸੇ ਤਰ੍ਹਾਂ ਅਸੀਂ ਅਗਰ 40 ਲਿਖਣਾ ਹੈ ਤਾਂ ਜੋ 10 ਵਾਲਾ ਸੰਕੇਤ X ਹੈ, ਇਸ ਨੂੰ ਅਸੀਂ 4 ਵਾਰ ਨਹੀਂ ਦੁਹਰਾ ਸਕਦੇ, ਕਿਉਂਕਿ ਇਹ ਵੀ ਇੱਕ ਸ਼ਰਤ ਹੈ ਕਿ ਕਿਸੇ ਵੀ ਸੰਕੇਤ ਨੂੰ 3 ਵਾਰ ਤੋਂ ਵੱਧ ਵਾਰ ਨਹੀਂ ਦੁਹਰਾਇਆ ਜਾ ਸਕਦਾ। ਇਹ ਸੀ ਰੂਲ ਨੰਬਰ 1। ਹੁਣ ਅੱਗੇ ਹੈ ਜੀ ਰੂਲ ਨੰਬਰ 2। ਨਿਯਮ ਬੇਟੇ 2। ਦੂਸਰਾ ਨਿਯਮ ਕੀ ਹੈ? ਆ ਜਿਹੜੇ ਸਿੰਬਲ ਹਨ, ਸੰਕੇਤ ਹਨ, ਕਿਹੜਾ V, L, D,
VLD ਨੈਵਰ ਵੀ ਰਿਪੀਟਡ, ਕਦੇ ਵੀ ਦੁਹਰਾਏ ਨਹੀਂ ਜਾਂਦੇ। ਮੰਨ ਲਓ ਅਸੀਂ ਜੇ 10 ਲਿਖਣਾ ਹੈ ਤੇ 10 ਅਸੀਂ ਇਸ ਤਰ੍ਹਾਂ ਨਹੀਂ ਲਿਖ ਸਕਦੇ ਕਿ 2 ਵਾਰ ਲਿਖਤਾ 5 5 ਤੇ 10 ਬਣ ਗਏ, ਗਲਤ ਹੈ। ਇਹ ਸੰਕੇਤ ਜਿਹੜੇ ਹਨ ਦੁਹਰਾਏ ਨਹੀਂ ਜਾਂਦੇ। ਮਤਲਬ L ਹੈ, L ਦਾ ਮੁੱਲ 50 ਹੈ ਤੇ ਅਸੀਂ ਅਗਰ 100 ਲਿਖਣਾ ਹੈ ਤਾਂ ਅਸੀਂ ਇਸ ਤਰ੍ਹਾਂ ਨਹੀਂ ਲਿਖ ਸਕਦੇ ਕਿ L 100 ਹੋ ਗਿਆ, ਕਿਉਂਕਿ VL ਔਰ D, ਜਿਸ ਤਰ੍ਹਾਂ ਅਸੀਂ D ਦਾ ਮੁੱਲ 500 ਹੈ, ਅਗਰ 1000 ਲਿਖਣਾ ਹੈ ਤਾਂ ਅਸੀਂ ਇਸ ਤਰ੍ਹਾਂ ਨਹੀਂ ਲਿਖ ਸਕਦੇ ਕਿ ਲਓ ਜੀ ਇਹ ਜਿਹੜਾ D ਹੈ ਇਹਨੂੰ ਅਸੀਂ 2 ਵਾਰ ਦੁਹਰਾ ਦਿੱਤਾ, ਇਹ ਗਲਤ ਹੈ। VLD ਨੂੰ ਕਦੇ ਵੀ ਦੁਹਰਾਇਆ ਨਹੀਂ ਜਾਂਦਾ, ਨੈਵਰ ਬੀ ਰਿਪੀਟਡ। ਇਹ ਸੀ ਰੂਲ ਨੰਬਰ 2। ਅੱਗੇ ਹੈ ਜੀ ਰੂਲ ਨੰਬਰ 3। ਰੂਲ ਨੰਬਰ 3 ਕੀ ਹੈ? ਜੇਕਰ ਛੋਟੇ ਮੁੱਲ ਵਾਲਾ ਸੰਕੇਤ, ਮੁੱਲ ਹਨ ਨਾ, ਆਹ ਦੇਖੋ ਇੱਕ I ਦਾ ਮੁੱਲ 1 ਹੈ, 5 V ਦਾ 5 ਹੈ, X ਦਾ 10 ਹੈ, L ਦਾ 50 ਹੈ, C ਦਾ 100 ਹੈ, D ਦਾ 500 ਹੈ, M ਦਾ 1000 ਹੈ। ਹੁਣ M ਦਾ ਮੁੱਲ ਵੱਡਾ ਹੈ D ਨਾਲੋਂ, D ਦਾ ਮੁੱਲ ਵੱਡਾ ਹੈ C ਨਾਲੋਂ, C ਦਾ ਮੁੱਲ ਵੱਡਾ ਹੈ L ਨਾਲੋਂ, L ਦਾ ਮੁੱਲ ਵੱਡਾ ਹੈ X ਨਾਲੋਂ, X ਦਾ ਮੁੱਲ ਵੱਡਾ ਹੈ V ਨਾਲੋਂ, V ਦਾ ਮੁੱਲ ਵੱਡਾ ਹੈ I ਨਾਲੋਂ। ਜੇ ਅਸੀਂ ਇਹਨਾਂ ਦੋਨਾਂ ਮੁੱਲਾਂ ਦੀ ਗੱਲ ਕਰਦੇ ਹਾਂ, I ਦਾ ਮੁੱਲ 1 ਹੈ, V ਦਾ ਮੁੱਲ 5 ਹੈ। ਸੋ ਕੀ ਹੈ, ਜੇਕਰ ਛੋਟੇ ਮੁੱਲ ਵਾਲਾ ਸੰਕੇਤ, ਆ ਛੋਟੇ ਮੁੱਲ ਵਾਲਾ, ਇਹ ਵੱਡੇ ਵਾਲਾ, ਵੱਡੇ ਮੁੱਲ ਦੇ ਸੱਜੇ ਪਾਸੇ ਲਿਖਿਆ ਜਾਂਦਾ ਹੈ। ਜਿਸ ਤਰ੍ਹਾਂ ਆ ਵੱਡਾ ਮੁੱਲ ਹੈ, ਆ ਛੋਟਾ ਮੁੱਲ ਹੈ, ਇਹ ਸੱਜੇ ਪਾਸੇ ਲਿਖ ਦਿੱਤਾ, ਤੇ ਕੀ ਹੋਏਗਾ? ਜਿਹੜਾ ਛੋਟੇ ਮੁੱਲ ਵਾਲਾ ਸੰਕੇਤ, ਜਿਹੜਾ ਛੋਟੇ ਆ ਹੈ, ਜਿਹੜਾ ਸੰਕੇਤ ਜਿਹਦਾ ਮੁੱਲ ਛੋਟਾ ਹੋਏਗਾ ਉਹ ਵੱਡੇ ਮੁੱਲ ਵਾਲੇ ਦੇ ਵਿੱਚ ਜੁੜ ਜਾਂਦਾ ਹੈ। ਸੋ ਇਹਦਾ V ਦਾ ਕੀ ਵੈਲਿਊ ਸੀ? V ਦੀ ਵੈਲਿਊ ਸੀ 5 ਤੇ I ਦੀ ਕਿੰਨੀ ਸੀ? 1, ਤੇ ਇਹ ਸੱਜੇ ਪਾਸੇ ਆ ਗਿਆ। ਕੀ ਨਿਯਮ ਕੀ ਕਹਿੰਦਾ? ਨਿਯਮ ਇਹ ਕਹਿੰਦਾ ਕਿ ਜੇਕਰ ਛੋਟੇ ਮੁੱਲ ਵਾਲਾ ਸੰਕੇਤ ਵੱਡੇ ਮੁੱਲ ਵਾਲੇ ਸੰਕੇਤ ਦੇ ਸੱਜੇ ਪਾਸੇ ਆ ਜਾਂਦਾ ਹੈ ਤਾਂ ਸੱਜੇ ਵਾਲੇ ਵੱਡੇ ਮੁੱਲ ਵਾਲੇ ਸੰਕੇਤ ਵਿੱਚ ਜੁੜ ਜਾਂਦਾ ਹੈ। ਇਹਦਾ ਮਤਲਬ ਜੁੜ ਗਿਆ। 5 ਜਮਾ 1 ਕਿੰਨਾ? 5 ਜਮਾ 1 ਕਿੰਨਾ ਬਣ ਗਿਆ? 6 ਬਣ ਗਿਆ। ਸੋ ਇਹਦਾ ਮਤਲਬ ਅਗਰ 6 ਨੂੰ ਅਸੀਂ ਲਿਖਣਾ ਹੋਵੇ ਤੇ ਅਸੀਂ ਇਸ ਤਰ੍ਹਾਂ ਲਿਖਾਂਗੇ। ਇਸੇ ਤਰ੍ਹਾਂ ਜੇ ਅਸੀਂ 7 ਲਿਖਣਾ ਹੈ ਤਾਂ ਸੱਜੇ ਪਾਸੇ 2 ਰਿਪੀਟ ਕਰ ਦਿਓ, ਇਹ 7 ਬਣ ਗਿਆ। 8 ਲਿਖਣਾ ਹੈ ਤਾਂ 20 ਹੈ, I 3 ਵਾਰ ਲਿਖ ਦਿਓ, ਇਹ 8 ਬਣ ਗਿਆ। ਛੋਟੇ ਮੁੱਲ ਵਾਲਾ ਸੰਕੇਤ ਵੱਡੇ ਮੁੱਲ ਵਾਲੇ ਸੰਕੇਤ ਦੇ ਵਿੱਚ ਪਲੱਸ ਹੁੰਦਾ ਹੈ ਜਦੋਂ ਇਹ ਛੋਟੇ ਮੁੱਲ ਵਾਲਾ ਸੱਜੇ ਪਾਸੇ ਹੋਵੇ। ਅੱਗੇ ਜੀ ਰੂਲ ਨੰਬਰ 4, ਰੂਲ ਨੰਬਰ 4। ਰੂਲ ਨੰਬਰ 4 ਕੀ ਹੈ? ਜੇਕਰ ਛੋਟੇ ਮੁੱਲ ਵਾਲਾ ਸੰਕੇਤ, ਜਿਸ ਤਰ੍ਹਾਂ ਦੱਸਿਆ ਸੀ ਨਾ ਤੁਹਾਨੂੰ ਮੁੱਲ, ਛੋਟੇ ਮੁੱਲ ਵਾਲਾ ਸੰਕੇਤ ਵੱਡੇ ਮੁੱਲ ਵਾਲੇ ਸੰਕੇਤ ਦੇ ਖੱਬੇ ਪਾਸੇ ਲਿਖਿਆ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਮੰਨ ਲਓ ਆਹੀ ਲਿਖ ਦਿੰਦੇ ਆ 5 ਦਾ ਮੁੱਲ ਵੱਡਾ ਹੈ, 1 ਦਾ ਮੁੱਲ ਛੋਟਾ ਹੈ, ਛੋਟੇ ਵਾਲਾ ਖੱਬੇ ਪਾਸੇ ਲਿਖਤਾ, ਛੋਟੇ ਵਾਲਾ ਖੱਬੇ ਪਾਸੇ ਲਿਖਤਾ, ਵੱਡੇ ਵਾਲਾ ਸੱਜੇ ਪਾਸੇ ਲਿਖਤਾ। ਤਾਂ ਕੀ ਹੋਏਗਾ? ਵੱਡੇ ਵਾਲੇ ਸੰਕੇਤ ਵਿੱਚੋਂ ਵੱਡੇ ਵਾਲਾ, ਇਹਦੇ ਵਿੱਚੋਂ ਛੋਟੇ ਮੁੱਲ ਵਾਲਾ ਸੰਕੇਤ ਘਟਾਓ ਹੋ ਜਾਂਦਾ ਹੈ। ਇਹਦਾ ਮਤਲਬ 5 ਇਹ ਹੈਗੇ ਨੇ, 1 ਇਹ ਹੈ, ਇਹ 5 ਵਿੱਚੋਂ 1 ਮਾਈਨਸ ਹੋ ਜਾਏਗਾ। 5 ਮਾਈਨਸ 1 ਕਿੰਨੇ ਹੋ ਜਾਣਗੇ? ਇਹ 4 ਹੋ ਜਾਣਗੇ। ਇਹਦਾ ਮਤਲਬ ਜੇ 4 ਬਣ ਗਿਆ। ਜਿਸ ਤਰ੍ਹਾਂ ਅਸੀਂ 40 ਲਿਖਣਾ ਹੈ, ਹੁਣ ਅਗਲੇ 2 ਲੈ ਲੈਣੇ, ਲੈ ਲੈ, 2 ਲੈ ਲਓ, ਕਿਉਂਕਿ 2 ਠੀਕ ਹੈ ਜੀ। 2 ਲੈ ਲੈਂਦੇ ਆ, 50 ਅਤੇ 10। ਹੁਣ ਵੱਡੇ ਮੁੱਲ ਵਾਲਾ ਕਿਹੜਾ ਹੈ? 50 ਹੈ। X ਜੇ ਖੱਬੇ ਪਾਸੇ ਲਿਖਦੇ ਆ ਤਾਂ ਕੀ ਬਣ ਗਿਆ ਜੀ? ਰੂਲ ਕੀ ਕਹਿੰਦਾ ਕਿ ਜੇਕਰ ਛੋਟੇ ਮੁੱਲ ਵਾਲਾ ਸੰਕੇਤ ਵੱਡੇ ਮੁੱਲ ਵਾਲੇ ਸੰਕੇਤ ਦੇ ਖੱਬੇ ਪਾਸੇ ਲਿਖਿਆ ਜਾਂਦਾ ਹੈ ਤਾਂ ਵੱਡੇ ਮੁੱਲ ਵਾਲੇ ਸੰਕੇਤ ਵਿੱਚੋਂ ਛੋਟੇ ਮੁੱਲ ਵਾਲਾ ਘਟਾਓ ਹੋ ਜਾਂਦਾ ਹੈ, ਮਾਈਨਸ ਹੋ ਜਾਂਦਾ ਹੈ। ਇਹਦਾ ਮੁੱਲ ਸੀ 50, ਇਹ ਸੀਗਾ 10, ਇਹ ਮਾਈਨਸ ਹੋ ਗਿਆ, ਇਹ 40 ਰਹਿ ਗਿਆ। ਇਸੇ ਤਰ੍ਹਾਂ ਜੇ ਅਸੀਂ ਅਗਲੇ 2 ਦੀ ਗੱਲ ਕਰਦੇ ਹਾਂ
C और X ਇਹਦੀ ਗੱਲ ਕਰਦੇ ਹਾਂ। ਜੇ ਅਸੀਂ 90 ਲਿਖਣਾ ਹੈ, ਆ ਲਓ ਆ ਵੇਖੋ, C ਦਾ ਮੁੱਲ ਹੈ 100, ਇਹਦਾ 10 ਹੈ, ਛੋਟੇ ਮੁੱਲ ਵਾਲਾ ਖੱਬੇ ਪਾਸੇ ਆ ਗਿਆ ਹੈ, ਇਹ ਮਾਈਨਸ ਹੋ ਜਾਏਗਾ। ਇਸ ਤਰ੍ਹਾਂ ਅਸੀਂ ਇਹਨੂੰ 90 ਲਿਖ ਸਕਦੇ ਹਾਂ। ਅਗਲਾ ਹੈ ਜੀ ਰੂਲ ਨੰਬਰ 5। ਹੁਣ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸਿਆ ਪਹਿਲਾਂ, ਆ ਜਿਹੜਾ ਦੇਖੋ ਅਸੀਂ ਇਹ 2 ਲਏ, ਆ ਵੀ 2 ਲੈ ਲਏ, ਅਸੀਂ ਇਹ 2 ਨਹੀਂ ਲਏ, ਅਸੀਂ C ਅਤੇ L ਵੀ ਨਹੀਂ ਲਿਆ, ਅਸੀਂ C ਵਿੱਚੋਂ L ਮਾਈਨਸ ਨਹੀਂ ਕਰ ਸਕਦੇ। ਰੂਲ ਨੰਬਰ 5 ਕੀ ਕਹਿੰਦਾ, VLD ਕਦੇ ਵੀ ਵੱਡੇ ਮੁੱਲ ਵਾਲੇ ਸੰਕੇਤ ਦੇ ਖੱਬੇ ਪਾਸੇ ਨਹੀਂ ਲਿਖੇ ਜਾਂਦੇ। VLD never written to the left of the symbol of greater value। ਵੱਡੇ ਮੁੱਲ ਵਾਲੇ ਦੇ ਖੱਬੇ ਪਾਸੇ ਨਹੀਂ ਲਿਖੇ ਜਾ ਸਕਦੇ। ਜਿਸ ਤਰ੍ਹਾਂ ਵੱਡਾ ਮੁੱਲ MC, ਇਹ MD ਖੱਬੇ ਪਾਸੇ ਨਹੀਂ ਲਿਖਿਆ ਜਾ ਸਕਦਾ। ਇਹਨਾਂ ਦੋਨਾਂ ਵਿੱਚੋਂ ਵੱਡਾ ਮੁੱਲ ਕਿਹੜਾ ਸੀ? ਆ ਲਓ, ਆ ਵੱਡਾ ਮੁੱਲ 100 ਹੈ, ਛੋਟਾ ਮੁੱਲ 50 ਹੈ। C ਅਸੀਂ L ਨੂੰ ਖੱਬੇ ਪਾਸੇ ਨਹੀਂ ਲਿਖ ਸਕਦੇ, ਇਹ ਵੀ ਗਲਤ ਹੈ। ਜੇ ਇਹ ਤਾਂ 50 ਬਣ ਗਿਆ ਨਾ, ਇੱਦਾਂ ਗਲਤ ਹੈ। ਸੋ ਅਸੀਂ ਕੀ ਲਿਖਿਆ, VLD ਕਦੇ ਵੀ ਵੱਡੇ ਮੁੱਲ ਵਾਲੇ ਸੰਕੇਤ ਦੇ ਖੱਬੇ ਪਾਸੇ ਨਹੀਂ ਲਿਖੇ ਜਾ ਸਕਦੇ। ਇਹ ਸੀ ਬੇਟੇ 5 ਰੂਲ, ਜਿਨ੍ਹਾਂ ਦੇ ਆਧਾਰ 'ਤੇ ਅਸੀਂ ਕੁਝ ਸੰਖਿਆਵਾਂ ਲਿਖ ਸਕਦੇ ਹਾਂ। ਹੁਣ ਕੁਝ ਐਗਜ਼ਾਮਪਲਸ ਲੈ ਲੈਣਾ ਮੈਂ, ਕਿ ਜਿਹੜੀਆਂ ਅਸੀਂ ਤੁਹਾਨੂੰ ਕਲੀਅਰ ਹੋ ਜਾਣ। ਆ ਦੇਖੋ, ਮੰਨ ਲਓ ਅਸੀਂ 25 ਲਿਖਣਾ ਹੈ। ਐਗਜ਼ਾਮਪਲਸ ਐਗਜ਼ਾਮ 25 ਲਿਖਣਾ ਹੈ। 25 ਨੂੰ ਅਸੀਂ ਕਿਸ ਤਰ੍ਹਾਂ ਲਿਖ ਸਕਦੇ ਹਾਂ? 25 ਨੂੰ ਲਿਖ ਸਕਦੇ ਹਾਂ 20 ਜਮਾ 5। 20 ਨੂੰ ਅਸੀਂ ਕਿਸ ਤਰ੍ਹਾਂ ਲਿਖ ਸਕਦੇ ਸੀ? ਮੈਂ ਦੱਸਿਆ ਸੀ ਕਿ 10 ਬੜਾ ਜਿਹੜਾ ਮੁੱਲ ਹੈ ਉਹਨੂੰ ਅਸੀਂ ਰਿਪੀਟ ਕਰ ਸਕਦੇ ਹਾਂ। 10 ਜਮਾ ਇਹ 2 ਵਾਰ ਰਿਪੀਟ ਹੋ ਗਿਆ, 20 ਬਣ ਗਏ, ਜਮਾ 5। ਜਮਾ ਦਾ ਮਤਲਬ ਛੋਟਾ ਸੱਜੇ ਪਾਸੇ, ਆ ਸੱਜੇ ਪਾਸੇ ਹੋ ਗਿਆ। ਜਿਸ ਤਰ੍ਹਾਂ ਤੁਸੀਂ ਇੱਥੋਂ ਹੀ ਵੈਲਿਊ ਕਰ ਸਕਦੇ ਹੋ 20 ਜਮਾ 5। ਮੰਨ ਲਓ ਅਸੀਂ ਲਿਖਣਾ ਚਾਹੁੰਦੇ ਹਾਂ 69। ਐਗਜ਼ਾਮਪਲ ਨੰਬਰ 2 69। 69 ਅਸੀਂ ਕਿਸ ਤਰ੍ਹਾਂ ਲਿਖਾਂਗੇ? 50 ਜਮਾ 10 ਜਮਾ 9। 50 ਦਾ ਸੰਕੇਤ ਕੀ ਹੈ? ਆ ਦੇਖੋ, ਤੁਹਾਨੂੰ ਮੈਂ ਦੱਸਿਆ ਸੀ ਨਾ ਪਹਿਲਾਂ, 50 ਦਾ ਸੰਕੇਤ ਕੀ ਹੈ? L। 50 ਦਾ ਸੰਕੇਤ L ਹੈ। 10 ਵਿੱਚ ਜੁੜ ਜਾਣਗੇ, ਭਾਵ ਸੱਜੇ ਪਾਸੇ ਆਉਣਗੇ। 9 ਇਹ 9 ਕਿੱਦਾਂ ਲਿਖਣਾ ਹੈ? ਦੇਖੋ, ਪਹਿਲਾਂ 9 ਕਿਸ ਤਰ੍ਹਾਂ ਲਿਖਣਾ ਹੈ। 9 ਨੂੰ ਕੀ ਕਰਦੇ ਆ, ਇਹ 10 ਸੰਕੇਤ ਜਿਹੜਾ I ਹੈ ਖੱਬੇ ਪਾਸੇ ਆ ਗਿਆ, ਖੱਬੇ ਪਾਸੇ ਭਾਵ ਮਾਈਨਸ ਹੋ ਗਿਆ। ਸੋ ਇਹ ਵੜ ਗਏ, 10 ਚੋਂ 1 ਕੱਢਾਂਗੇ, 9 ਬਣ ਗਏ। ਸੋ ਇਹ 50 ਆ ਗਏ, 10 ਆ ਗਏ, ਤੇ ਇਹ 50, ਇਹ 10, 9, 69 ਬਣ ਗਿਆ। ਉਸ ਤੋਂ ਬਾਅਦ ਅਸੀਂ ਅਗਲੀ ਐਗਜ਼ਾਮਪਲ ਲੈਂਦੇ ਹਾਂ 73। ਮੰਨ ਲਓ ਅਗਲੀ ਉਦਾਹਰਣ ਹੈ 73। 70 ਮਤਲਬ 50 ਜਮਾ 20 ਜਮਾ 3। ਸੰਕੇਤ ਕਿਉਂ 50 ਮੈਂ ਕਿਉਂ ਲਿਆ ਹੈ? ਦੇਖੋ, 50 ਅਸੀਂ ਸੰਕੇਤ ਉਹੀ ਲੈਣੇ ਹਨ, ਬਾਰ-ਬਾਰ ਆਹੀ ਸੰਕੇਤ ਲੈਣੇ ਹਨ। 1 I 5 X L C D M। ਸੋ ਇਹ 'ਚ 50 ਹੈ, L ਆ ਗਿਆ। 20 ਨੂੰ ਅਸੀਂ ਪਤਾ ਹੀ ਹੈ ਕਿਸ ਤਰ੍ਹਾਂ ਲਿਖਦੇ ਹਾਂ, X ਰਿਪੀਟ ਕਰਦੇ ਇਹਦੀ 10 ਦੀ ਵੈਲਿਊ, ਜਮਾ 3 ਇਹਦੀ ਵੈਲਿਊ ਵੀ ਅਸੀਂ I ਦੀ ਰਿਪੀਟ ਕਰ ਦਿੰਦੇ ਹਾਂ 3 ਵਾਰ। ਇਹ ਬਣ, ਹੁਣ ਪਲੱਸ ਦਾ ਸਾਈਨ ਰਿਮੂਵ ਕਰ ਦਿਓ, L X ਆ ਗਿਆ। ਹੁਣ ਕੁਝ ਵੱਡੀਆਂ ਸੰਖਿਆਵਾਂ ਅਸੀਂ ਲਿਖਣੀਆਂ ਸਿੱਖਦੇ ਹਾਂ। ਮੰਨ ਲਓ, ਚਲੋ, ਸਾਡਾ ਦੇਸ਼ ਆਜ਼ਾਦ ਕਦੋਂ ਹੋਇਆ? 1947 ਦੇ ਵਿੱਚ।
ਭਾਰਤ ਆਜ਼ਾਦ ਕਦੋਂ ਹੋਇਆ? 1947। ਹੁਣ ਅਸੀਂ 1947 ਨੂੰ ਲਿਖਣਾ ਸਿੱਖਾਂਗੇ। 1947 ਨੂੰ ਅਸੀਂ ਕਿਵੇਂ ਲਿਖਾਂਗੇ? ਫਿਰ ਮੈਂ ਦੱਸਿਆ ਇਹੀ ਸੰਕੇਤ ਅਸੀਂ ਲੈਣੇ ਹਨ ਵਾਰ-ਵਾਰ, ਜਿਹੜੇ 7 ਹਨ ਇਹ ਲੈਣੇ ਹਨ। ਜਿੱਦਾਂ 1000 ਜਮਾ 900 ਜਮਾ 40 ਜਮਾ 7। 1000 ਦਾ ਸੰਕੇਤ ਕੀ ਹੈ? m। ਇੱਥੇ ਆ ਗਿਆ m ਪਲੱਸ 900। 900 ਨੂੰ ਕਿਵੇਂ ਲਿਖਾਂਗੇ ਬੇਟੇ? ਇਹੀ ਸੰਕੇਤਾਂ ਦੇ ਆਧਾਰ ਤੇ ਲਿਖਣਾ ਹੈ। ਇਹਨਾਂ ਸੰਕੇਤਾਂ ਦੇ ਆਧਾਰ ਹੀ ਅਸੀਂ 900 ਲਿਖਣਾ ਹੈ। ਹੁਣ ਦੇਖੋ 1000 ਵਿੱਚੋਂ 100 ਮਾਈਨਸ ਕਰ ਦਿਓ, 900 ਬਣ ਜਾਏਗਾ। ਹੁਣ ਮਾਈਨਸ ਕਰਨਾ ਹੈ, ਮਾਈਨਸ ਜਿਹੜਾ ਛੋਟੇ ਮੁੱਲ ਵਾਲਾ 100 ਹੈ ਇਹ ਖੱਬੇ ਪਾਸੇ ਆ ਜਾਏਗਾ, ਵੱਡੇ ਮੁੱਲ ਵਾਲਾ 1000 ਹੈ। ਵੱਡੇ ਮੁੱਲ ਵਾਲੇ ਦੇ ਛੋਟਾ ਮੁੱਲ ਖੱਬੇ ਪਾਸੇ ਹੁੰਦਾ ਹੈ, ਫੇਰ ਹੀ ਮਾਈਨਸ ਹੁੰਦਾ ਹੈ। ਜਿਸ ਤਰ੍ਹਾਂ ਕਿ ਦੱਸਿਆ ਇਹ ਆ ਗਿਆ ਜੀ 900। ਅੱਗੇ ਆ ਗਿਆ ਜੀ ਸਾਡੇ ਕੋਲ 40। 40 ਫਿਰ ਇਹਨਾਂ ਨੂੰ ਯੂਜ਼ ਕਰਨਾ ਹੈ। 50 ਵਿੱਚੋਂ 10 ਮਾਈਨਸ ਕਰ ਦਿਓ, 10 ਮਾਈਨਸ ਕਰਾਂਗੇ ਛੋਟੇ ਮੁੱਲ ਵਾਲਾ ਖੱਬੇ ਪਾਸੇ ਲਿਖਾਂਗੇ। ਇਸ ਦਾ ਮਤਲਬ L 50 ਹੈ, ਇਹ ਆ ਗਿਆ 40। 7 5 6 7 ਇਹਨਾਂ ਨੂੰ ਯੂਜ਼ ਕੀਤਾ ਨਾ, 5 6 7 2 ਵਾਰ ਰਿਪੀਟ ਕਰਤਾ। ਪਲੱਸ ਦਾ ਸਾਈਨ ਰਿਮੂਵ ਕਰ ਦਿਓ, M C M X L P I I। ਇਹ ਸਾਡੇ ਕੋਲ ਬਣ ਗਈ ਸੰਖਿਆ 1947 ਰੋਮਨ ਦੇ ਵਿੱਚ। ਹੁਣ ਦੂਸਰੀ ਐਗਜ਼ਾਮਪਲ ਇੱਕ ਹੋਰ ਲੈ ਲੈਂਦੇ ਹਾਂ। ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ? 1950 'ਚ। ਲਓ ਜੀ 1950 ਨੂੰ ਕਿਵੇਂ ਲਿਖਾਂਗੇ? ਬਿਲਕੁਲ ਉਸੇ ਤਰ੍ਹਾਂ 1000 ਜਮਾ 900 ਜਮਾ 50। 1000 ਨੂੰ ਕਿਸ ਤਰ੍ਹਾਂ ਲਿਖਦੇ ਸੀ? m। 900 ਨੂੰ 1000 ਘਟਾਓ 100। 1000 ਸੀਗਾ ਇਹ, ਘਟਾਓ 100, ਖੱਬੇ ਪਾਸੇ ਲਿਖਦਾ 100, 900 ਬਣ ਗਿਆ ਤੇ 50 ਦੀ L ਹੈ। ਸੋ ਇਹ ਸਾਡੇ ਕੋਲ ਬਣ ਗਿਆ 1950। ਸੋ ਅੱਜ ਲਈ ਇੰਨਾ। ਘਰੇ ਪ੍ਰੈਕਟਿਸ ਕਰੋ, ਕੋਸ਼ਿਸ਼ ਕਰੋ। ਬਹੁਤ ਹੀ ਆਸਾਨ ਹੈ, ਇੰਟਰਸਟਿੰਗ ਹੈ, ਬਹੁਤ ਆਨੰਦ ਆਉਂਦਾ। ਓਕੇ ਬਾਏ। ਸਟੇ ਹੋਮ, ਸਟੇ ਸੇਫ।